ਮੇਰਾ ਨਾਂ ਰੁਪਿੰਦਰ ਹੈ। ਮੇਰੇ ਸੱਸ ਸਹੁਰੇ ਦੇ ਸਿਰਫ ਦੋ ਹੀ ਮੁੰਡੇ ਸਨ। ਉਹਨਾਂ ਵਿੱਚੋਂ ਇੱਕ ਮੇਰੇ ਪਤੀ ਤੋਂ ਛੋਟਾ ਯਾਨੀ ਮੇਰਾ ਦਿਓਰ ਨਵਦੀਪ ਸੀ। ਮੇਰੇ ਵਿਆਹ ਨੂੰ ਹਲੇ 1 ਸਾਲ ਹੀ ਗੁਜ਼ਰਿਆ ਸੀ ਤੇ ਮੇਰੇ ਦਿਓਰ ਨੇ ਦੂਜੇ ਦੇਸ਼ ਵਿੱਚ ਰਹਿੰਦੇ ਹੋਏ ਇੱਕ ਕੁੜੀ ਨਾਲ ਵਿਆਹ ਕਰ ਲਿਆ। ਇਸ ਗੱਲ ਤੇ ਸਾਡੇ ਪਰਿਵਾਰ ਵਿੱਚ ਬਹੁਤ ਡਰਾਮਾ ਹੋਇਆ ਕਿ ਉਸਨੇ ਕਿਸੇ ਨੂੰ ਦੱਸੇ ਬਿਨਾਂ ਕੁੜੀ ਵੀ ਪਸੰਦ ਕਰ ਲਈ ਅਤੇ ਉਸ ਨਾਲ ਵਿਆਹ ਵੀ ਕਰਾ ਲਿਆ। ਜਦੋਂ ਵੀ ਕਹਿੰਦੇ ਕਿ ਵਾਪਸ ਕਿਉਂ ਨਹੀਂ ਆਉਂਦਾ ਤਾਂ ਕਹਿੰਦਾ ਸੀ ਕਿ ਕੰਮ ਬਹੁਤ ਜ਼ਿਆਦਾ ਹੈ। ਉਹ ਇੱਕ ਹੋਟਲ ਵਿੱਚ ਕੰਮ ਕਰਦਾ ਸੀ। ਸਮਾਂ ਗੁਜ਼ਰਦਾ ਰਿਹਾ, ਫਿਰ ਉਹਨਾਂ ਦੇ ਘਰ ਇੱਕ ਬੇਟੀ ਨੇ ਜਨਮ ਲਿੱਤਾ ਜਿਸ ਦੀ ਫੋਟੋ ਉਸਨੇ WhatsApp ਤੇ ਭੇਜੀ ਸੀ, ਪਰ ਫਿਰ ਵੀ ਉਹ ਵਾਪਸ ਨਹੀਂ ਆ ਰਿਹਾ ਸੀ। ਸਾਡੇ ਘਰ ਵਿੱਚ ਹਰ ਸਮੇਂ ਇਹੀ ਗੱਲ ਹੁੰਦੀ ਰਹਿੰਦੀ ਸੀ। ਇਸੇ ਤਰ੍ਹਾਂ ਸਾਲ ਗੁਜ਼ਰਦੇ ਗਏ, ਇੱਥੋਂ ਤੱਕ ਕਿ ਉਸਦੀ ਬੇਟੀ 15 ਸਾਲ ਦੀ ਹੋ ਗਈ। ਪਰ ਇੱਕ ਦਿਨ ਅਚਾਨਕ ਉਸਨੇ ਕਿਹਾ ਕਿ ਅਸੀਂ ਪੰਜਾਬ ਵਾਪਸ ਆ ਰਹੇ ਹਾਂ। ਮੇਰੀ ਸੱਸ ਤਾਂ ਗੁੱਸੇ ਵਿੱਚ ਸੀ, ਪਰ ਬੇਟੇ ਦੀ ਵਾਪਸੀ ਦੀ ਗੱਲ ਸੁਣ ਕੇ ਮਾਂ ਦਾ ਦਿਲ ਭਰ ਆਇਆ। ਆਖਿਰ ਮਾਂ ਤਾਂ ਮਾਂ ਹੁੰਦੀ ਹੈ। ਜਦੋਂ ਉਹ ਵਾਪਸ ਆਏ ਤਾਂ ਨਵਦੀਪ ਨੂੰ ਦੇਖ ਕੇ ਸਭ ਲੋਕ ਹੈਰਾਨ ਹੋ ਗਏ। ਜਦੋਂ ਗਿਆ ਸੀ ਤਾਂ ਬਹੁਤ ਜਵਾਨ ਅਤੇ ਸੋਹਣਾ ਸੀ ਅਤੇ ਹੁਣ ਐਵੇਂ ਲੱਗ ਰਿਹਾ ਸੀ ਜਿਵੇਂ ਬਹੁਤ ਬੁੱਢਾ ਹੋ ਗਿਆ ਹੋਵੇ। ਪਰ ਉਸਦੀ ਪਤਨੀ ਬਹੁਤ ਜ਼ਿਆਦਾ ਸੋਹਣੀ ਸੀ। ਲੱਗਦਾ ਹੀ ਨਹੀਂ ਸੀ ਕਿ 15 ਸਾਲ ਦੀ ਬੱਚੀ ਦੀ ਮਾਂ ਹੈ। ਕਿੰਨੀ ਸੋਹਣੀ ਸੀ ਅਤੇ ਦੇਖਣ ਵਿੱਚ ਬਹੁਤ ਜ਼ਿਆਦਾ ਜਵਾਨ ਲੱਗਦੀ ਸੀ। ਉਸਦਾ ਕੱਦ ਬਹੁਤ ਜ਼ਿਆਦਾ ਲੰਬਾ ਸੀ। ਉਸਨੇ ਪੈਂਟ ਸ਼ਰਟ ਪਾਈ ਹੋਈ ਸੀ। ਸਾਰੇ ਕਹਿ ਰਹੇ ਸਨ ਕਿ ਬਾਹਰ ਤੋਂ ਆਈ ਹੈ ਤਾਂ ਇਸ ਤਰ੍ਹਾਂ ਦੇ ਕੱਪੜੇ ਹੀ ਪਾਵੇਗੀ। ਆਪਣੀ ਦਰਾਣੀ ਨੂੰ ਦੇਖ ਕੇ ਤਾਂ ਮੈਂ ਜਲ ਕੇ ਰਾਖ ਹੋ ਗਈ ਸੀ। ਮੇਰੇ ਦਿਲ ਵਿੱਚ ਉਸਦੇ ਲਈ ਕੋਈ ਨਫ਼ਰਤ ਨਹੀਂ ਸੀ, ਪਰ ਉਹ ਇੱਕ ਬੱਚੀ ਦੀ ਮਾਂ ਹੋਣ ਦੇ ਬਾਵਜੂਦ ਵੀ ਇੰਨੀ ਸੋਹਣੀ ਅਤੇ ਪਿਆਰੀ ਸੀ। ਖੈਰ, ਉਹ ਚੰਗੀ ਸੀ ਅਤੇ ਉਸਦੇ ਨਾਲ ਮੇਰੀ ਗੱਲਬਾਤ ਵੀ ਚੰਗੀ ਚੱਲ ਰਹੀ ਸੀ। ਉਹਨਾਂ ਨੂੰ ਕਮਰਾ ਦੇ ਦਿੱਤਾ ਗਿਆ ਅਤੇ ਮੇਰੇ ਦਿਓਰ ਨੇ ਕਿਹਾ ਕਿ ਹੁਣ ਅਸੀਂ ਇੱਥੇ ਹੀ ਰਹਾਂਗੇ। ਮੇਰੀ ਸੱਸ ਨੇ ਬਾਅਦ ਵਿੱਚ ਉਹਨਾਂ ਨੂੰ ਮਿੱਠੇ ਤਾਨੇ ਦਿੱਤੇ ਕਿ ਸਾਰੀ ਜ਼ਿੰਦਗੀ ਪਰਦੇਸ ਵਿੱਚ ਗੁਜ਼ਾਰ ਦਿੱਤੀ, ਹੁਣ ਇੱਥੇ ਆ ਗਿਆ ਹੈ। ਗੁਜ਼ਰਿਆ ਹੋਇਆ ਸਮਾਂ ਤਾਂ ਵਾਪਸ ਨਹੀਂ ਆ ਸਕਦਾ ਨਾ, ਜੋ ਅਸੀਂ ਤੇਰੇ ਵਿਛੋੜੇ ਵਿੱਚ ਹੰਢਾਇਆ। ਬਿਨਾਂ ਦੱਸੇ ਤੂੰ ਵਿਆਹ ਕਰ ਲਿਆ ਅਤੇ ਆਪਣੀ ਪੋਤੀ ਨੂੰ ਵੀ ਹੁਣ ਦੇਖ ਰਹੇ ਹਾਂ ਜਦੋਂ ਉਹ ਜਵਾਨ ਹੋ ਗਈ ਹੈ। 2-3 ਸਾਲ ਬਾਅਦ ਇਸ ਦਾ ਵਿਆਹ ਹੋ ਜਾਵੇਗਾ। ਅਸੀਂ ਤਾਂ ਇਸ ਦੇ ਨਾਲ ਸਮਾਂ ਹੀ ਨਹੀਂ ਗੁਜ਼ਾਰਿਆ। ਪਰ ਮੇਰੇ ਦਿਓਰ ਕੋਲ ਹਰ ਸਵਾਲ ਦਾ ਇੱਕ ਹੀ ਜਵਾਬ ਹੁੰਦਾ ਸੀ ਕਿ ਮੈਂ ਬਹੁਤ ਰੁੱਝਿਆ ਹੋਇਆ ਸੀ, ਕੰਮ ਛੱਡ ਕੇ ਨਹੀਂ ਆ ਸਕਦਾ ਸੀ। ਮੇਰੀ ਸੱਸ ਨੇ ਗੁੱਸੇ ਵਿੱਚ ਕਹਿ ਦਿੱਤਾ ਕਿ ਵੇਟਰ ਬਣ ਕੇ ਫਿਰਦਾ ਰਿਹਾ ਹੈ ਉੱਥੇ। ਵੇਟਰ ਦਾ ਅਜਿਹਾ ਕਿਹੜਾ ਕੰਮ ਹੁੰਦਾ ਹੈ ਜੋ ਤੂੰ ਛੱਡ ਕੇ ਨਹੀਂ ਆ ਸਕਦਾ ਸੀ। ਮੇਰੇ ਦਿਓਰ ਨੂੰ ਵੀ ਗੁੱਸਾ ਆ ਗਿਆ ਅਤੇ ਉਸਨੇ ਕਿਹਾ ਕਿ ਹੁਣ ਵਾਪਸ ਆ ਗਿਆ ਹਾਂ, ਹੁਣ ਸੁਣਾਉਂਦੀ ਹੀ ਰਹੇਂਗੀ, ਜੇ ਕਹੇ ਤਾਂ ਵਾਪਸ ਚਲਾ ਜਾਵਾਂ। ਫਿਰ ਉਸਨੇ ਕਿਹਾ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ, ਮੈਨੂੰ ਮਾफ़ ਕਰ ਦਿਓ। ਮੇਰੀ ਸੱਸ ਨੇ ਉਸਨੂੰ ਮਾफ़ ਕਰ ਦਿੱਤਾ। ਉਹ ਘਰ ਵਿੱਚ ਆਰਾਮ ਨਾਲ ਰਹਿਣ ਲੱਗੇ। ਘਰ ਬਹੁਤ ਵੱਡਾ ਸੀ। ਮੇਰਾ ਦਿਓਰ ਉਂਝ ਤਾਂ ਵੇਟਰ ਸੀ, ਪਰ ਉਹ ਹਮੇਸ਼ਾ ਚੰਗੇ ਪੈਸੇ ਭੇਜਦਾ ਰਹਿੰਦਾ ਸੀ। ਉਸਦੇ ਬਾਹਰ ਹੁੰਦੇ ਹੋਏ ਹੀ ਅਸੀਂ ਇਹ ਘਰ ਬਣਾਇਆ ਸੀ। ਇਸ ਘਰ ਵਿੱਚ ਉਸਦਾ ਵੀ ਹਿੱਸਾ ਸੀ। ਅਸੀਂ ਸਭ ਰਲ ਮਿਲ ਕੇ ਰਹਿਣ ਲੱਗੇ। ਪਰ ਫਿਰ ਮੈਂ ਘਰ ਵਿੱਚ ਅਜੀਬ ਗੱਲਾਂ ਨੋਟ ਕੀਤੀਆਂ, ਜਿਵੇਂ ਕਿ ਮੇਰੀ ਦਰਾਣੀ ਕਦੇ ਵੀ ਰਾਤ ਦਾ ਖਾਣਾ ਸਾਡੇ ਸਾਰਿਆਂ ਨਾਲ ਮਿਲ ਕੇ ਨਹੀਂ ਖਾਂਦੀ ਸੀ। ਜਦੋਂ ਦਿਓਰ ਨੂੰ ਪੁੱਛਦੇ ਕਿ ਕੀ ਗੱਲ ਹੈ, ਉਹ ਕਿੱਥੇ ਹੈ, ਉਸਨੇ ਰੋਟੀ ਨਹੀਂ ਖਾਣੀ, ਤਾਂ ਉਹ ਕਹਿੰਦਾ ਆਪਣੇ ਕਮਰੇ ਵਿੱਚ ਹੀ ਖਾ ਲਵੇਗੀ। ਮੇਰੀ ਸੱਸ ਕਹਿੰਦੀ ਕਿ ਭਲਾ ਇਹ ਕੀ ਗੱਲ ਹੋਈ, ਕੋਈ ਨਵੀਂ ਵਿਆਹੀ ਬਹੂ ਤਾਂ ਹੈ ਨਹੀਂ, 17 ਸਾਲ ਹੋ ਗਏ ਨੇ ਵਿਆਹ ਨੂੰ, ਸਾਡੇ ਨਾਲ ਬੈਠ ਕੇ ਰੋਟੀ ਖਾ ਲਵੇਗੀ ਤਾਂ ਕੀ ਹੋ ਜਾਵੇਗਾ। ਪਰ ਮੇਰਾ ਦਿਓਰ ਪਤਾ ਨਹੀਂ ਕਿਉਂ ਛੋਟੀਆਂ ਗੱਲਾਂ ਤੋਂ ਬਹੁਤ ਗੁੱਸਾ ਹੋ ਜਾਂਦਾ ਸੀ। ਕਹਿੰਦਾ ਕਿ ਉਸਨੂੰ ਇਸ ਮਾਹੌਲ ਦੀ ਆਦਤ ਨਹੀਂ ਹੈ। ਉਂਝ ਤਾਂ ਉਹ ਵੀ ਪੰਜਾਬੀ ਸੀ, ਉਸਦੇ ਮਾਂ-ਬਾਪ ਵੀ ਪੰਜਾਬ ਤੋਂ ਹੀ ਸਨ, ਪਰ ਸ਼ਾਇਦ ਬਾਹਰ ਦੇ ਮਾਹੌਲ ਦਾ ਉਸ ਉੱਪਰ ਜ਼ਿਆਦਾ ਅਸਰ ਸੀ। ਫਿਰ ਇੱਕ ਦਿਨ ਇਹ ਪਤਾ ਚੱਲਿਆ ਕਿ ਮੇਰੀ ਦਰਾਣੀ ਰਾਤ ਨੂੰ ਘਰ ਨਹੀਂ ਹੁੰਦੀ, ਕਿਉਂਕਿ ਮੈਂ ਇੱਕ ਦਿਨ ਉਸਦੇ ਕਮਰੇ ਵਿੱਚ ਕੁਝ ਲੈਣ ਗਈ ਤਾਂ ਉਹ ਉੱਥੇ ਨਹੀਂ ਸੀ। ਮੈਂ ਉਸਦੀ ਕੁੜੀ ਨੂੰ ਪੁੱਛਿਆ ਤਾਂ ਉਸਨੇ ਡਰ ਕੇ ਕਿਹਾ, ਮੰਮੀ ਬਾਥਰੂਮ ਵਿੱਚ ਹਨ। ਪਰ ਜਾਂਦੇ ਮੈਂ ਦੇਖਿਆ ਕਿ ਬਾਥਰੂਮ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ। ਬਾਥਰੂਮ ਵਿੱਚ ਕੋਈ ਨਹੀਂ ਸੀ। ਮਤਲਬ ਇਹ ਕਿ ਰਾਤ ਹੁੰਦੇ ਹੀ ਮੇਰਾ ਦਿਓਰ ਆਪਣੀ ਪਤਨੀ ਨੂੰ ਕਿਤੇ ਗਾਇਬ ਕਰ ਦਿੰਦਾ ਸੀ ਅਤੇ ਉਹਨਾਂ ਨੂੰ ਪੰਜਾਬ ਆਏ ਹਲੇ 1 ਮਹੀਨਾ ਹੀ ਹੋਇਆ ਸੀ। ਉਹਨਾਂ ਦਾ ਤਾਂ ਇੱਥੇ ਕੋਈ ਕਾਰੋਬਾਰ ਵੀ ਨਹੀਂ ਸੀ।
ਜਦ ਲੋਕ ਬਾਹਰ ਤੋਂ ਆਉਂਦੇ ਹਨ, ਉਹਨਾਂ ਕੋਲ ਪੈਸੇ ਹੁੰਦੇ ਹਨ, ਪਰ ਪੈਸੇ ਖਤਮ ਹੋਣ ਵਿੱਚ ਕਿੰਨੀ ਕੁ ਦੇਰ ਲੱਗਦੀ ਹੈ। ਅਤੇ ਉਹਨਾਂ ਨੇ ਆਪਣੇ ਕਮਰੇ ਲਈ ਵੀ ਬਹੁਤ ਸਾਰੀਆਂ ਚੀਜ਼ਾਂ ਖਰੀਦੀਆਂ ਸਨ। ਉਸ ਕੋਲ ਬਹੁਤ ਪੈਸੇ ਸਨ। ਇੱਕ ਦਿਨ ਸਵੇਰੇ ਸਵੇਰੇ ਮੇਰਾ ਪਤੀ ਅਤੇ ਮੇਰੀ ਸੱਸ ਬੈਠ ਕੇ ਗੱਲਾਂ ਕਰ ਰਹੇ ਸਨ ਕਿ ਬਹੁਤ ਜ਼ਿਆਦਾ ਮਹਿੰਗਾਈ ਹੋ ਗਈ ਹੈ। ਪਹਿਲਾਂ ਤਾਂ ਅਸੀਂ ਸਾਰੇ ਮਹੀਨੇ ਦਾ ਰਾਸ਼ਨ ਇਕੱਠਾ ਲੈ ਆਉਂਦੇ ਸੀ। ਹੁਣ ਤਾਂ ਲੱਗਦਾ ਹੈ ਕਿ ਇੱਕ ਹਫ਼ਤੇ ਦਾ ਹੀ ਲੈਣਾ ਪਵੇਗਾ। ਇੱਕ ਹਫ਼ਤਾ ਲੰਘ ਜਾਵੇਗਾ, ਬਾਕੀ ਬਾਅਦ ਵਿੱਚ ਦੇਖਾਂਗੇ। ਤਾਂ ਮੇਰੇ ਦਿਓਰ ਨੇ ਕਿਹਾ ਕਿ ਮਹੀਨੇ ਦਾ ਰਾਸ਼ਨ ਹੀ ਲਵਾਂਗੇ। ਮੇਰੇ ਪਤੀ ਨੇ ਕਿਹਾ ਕਿ ਸਾਡੇ ਕੋਲ ਇੰਨੇ ਪੈਸੇ ਨਹੀਂ ਹਨ। ਤਾਂ ਮੇਰੇ ਦਿਓਰ ਨੇ ਉਹਨਾਂ ਦੇ ਸਾਹਮਣੇ ਪੈਸਿਆਂ ਦਾ ਢੇਰ ਲਗਾ ਦਿੱਤਾ ਅਤੇ ਕਿਹਾ ਕਿ ਇੱਕ ਨਹੀਂ 2 ਮਹੀਨੇ ਦਾ ਰਾਸ਼ਨ ਲੈ ਕੇ ਆਓ। ਮੈਂ ਹੈਰਾਨ ਸੀ, ਇਹਨਾਂ ਕੋਲ ਇੰਨੇ ਪੈਸੇ ਕਿੱਥੋਂ ਆ ਰਹੇ ਸਨ। ਖਰਚਾ ਵੀ ਬਹੁਤ ਕਰ ਚੁੱਕੇ ਹਨ, ਹਲੇ ਵੀ ਇਹਨਾਂ ਕੋਲ ਇੰਨੇ ਪੈਸੇ ਕਿਵੇਂ ਬਚ ਸਕਦੇ ਹਨ। ਬਾਹਰ ਤੋਂ ਤਾਂ ਹੋਰ ਦੁਨੀਆ ਵੀ ਆਉਂਦੀ ਹੈ, ਉਹਨਾਂ ਕੋਲ ਤਾਂ ਇੰਨੇ ਪੈਸੇ ਨਹੀਂ ਹੁੰਦੇ। ਇਹ ਕਿਹੜਾ ਅਮਰੀਕਾ ਵਿੱਚ ਰਹਿ ਰਹੇ ਸਨ, ਇਹ ਤਾਂ ਦੁਬਈ ਵਿੱਚ ਹੀ ਰਹਿੰਦੇ ਸਨ। ਉੱਥੋਂ ਦੀ ਕਰੰਸੀ ਵਿੱਚ ਇੰਨੀ ਤਾਕਤ ਤਾਂ ਨਹੀਂ ਹੁੰਦੀ। ਡਾਲਰ ਤਾਂ ਨਹੀਂ ਕਮਾ ਕੇ ਲਿਆਏ ਸੀ ਨਾ। ਖੈਰ, ਪੈਸੇ ਆ ਰਹੇ ਸਨ ਤਾਂ ਕੀ ਕੀਤਾ ਜਾ ਸਕਦਾ ਸੀ। ਪਰ ਮੇਰੇ ਦਿਮਾਗ ਵਿੱਚ ਬਾਰ-ਬਾਰ ਇਹੀ ਖਿਆਲ ਆਉਂਦਾ ਸੀ ਕਿ ਮੇਰੀ ਦਰਾਣੀ ਰੋਜ਼ ਰਾਤ ਨੂੰ ਕਿੱਥੇ ਜਾਂਦੀ ਸੀ। ਇੱਕ ਦਿਨ ਤਾਂ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਮੇਰੀ ਦਰਾਣੀ ਕੋਲ ਦੁਲਹਨ ਦਾ ਜੋੜਾ ਸੀ, ਜਿਸ ਨੂੰ ਉਹ ਅਲਮਾਰੀ ਵਿੱਚੋਂ ਕੱਢ ਕੇ ਪ੍ਰੈਸ ਕਰ ਰਹੀ ਸੀ। ਰਾਤ ਦੇ 9 ਵੱਜ ਰਹੇ ਸਨ। ਉਸ ਨੂੰ ਦੁਲਹਨ ਬਣ ਕੇ ਕੀ ਕਰਨਾ ਸੀ। ਫਿਰ ਮੈਂ ਸੋਚਿਆ ਕਿ ਸ਼ਾਇਦ ਆਪਣੇ ਪਤੀ ਲਈ ਦੁਲਹਨ ਬਣ ਰਹੀ ਹੋਵੇਗੀ, ਪਰ ਉਹ ਦੁਲਹਨ ਬਣ ਕੇ ਉੱਥੋਂ ਗਾਇਬ ਹੋ ਗਈ। ਮੈਂ ਫਿਰ ਕੋਈ ਬਹਾਨਾ ਬਣਾ ਕੇ ਉਸਦੇ ਕਮਰੇ ਵਿੱਚ ਗਈ। ਇਸ ਵਾਰ ਵੀ ਉਸਦੀ ਕੁੜੀ ਨੇ ਕਿਹਾ ਕਿ ਮੰਮੀ ਬਾਥਰੂਮ ਵਿੱਚ ਹਨ, ਜਦੋਂ ਕਿ ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹ ਝੂਠ ਬੋਲ ਰਹੀ ਹੈ। ਮੇਰੀ ਦਰਾਣੀ ਰਾਤ ਨੂੰ ਦੁਲਹਨ ਬਣ ਕੇ ਕਿੱਥੇ ਗਈ ਸੀ? ਇਹ ਕੀ ਹੋ ਰਿਹਾ ਸੀ? ਉਹਨਾਂ ਕੋਲ ਇੰਨੇ ਸਾਰੇ ਪੈਸੇ ਸਨ। ਮੇਰੇ ਦਿਮਾਗ ਵਿੱਚ ਤਾਂ ਇਹ ਗੱਲ ਆ ਰਹੀ ਸੀ ਕਿ ਇਹ ਸਾਰੇ ਪੈਸੇ ਮੇਰੀ ਦਰਾਣੀ ਕਮਾ ਰਹੀ ਹੈ ਅਤੇ ਔਰਤ ਇੰਨੇ ਸਾਰੇ ਪੈਸੇ ਸਹੀ ਢੰਗ ਨਾਲ ਤਾਂ ਕਮਾ ਨਹੀਂ ਸਕਦੀ ਸੀ। ਕੋਈ ਨਾ ਕੋਈ ਗੜਬੜ ਤਾਂ ਜ਼ਰੂਰ ਸੀ। ਇੱਕ ਦਿਨ ਮੇਰੀ ਦਰਾਣੀ ਰਸੋਈ ਵਿੱਚ ਖੜੀ ਸੀ ਅਤੇ ਮੈਨੂੰ ਕਹਿਣ ਲੱਗੀ ਕਿ ਮੇਰੀ ਕੁੜੀ ਲਈ ਵੀ 버ਗਰ ਬਣਾ ਦਿਓ, ਉਸ ਨੂੰ ਬਹੁਤ ਪਸੰਦ ਹੈ। ਮੈਂ ਕਿਹਾ ਕਿ ਤੂੰ ਆਪ ਬਣਾ ਲੈ, ਮੈਨੂੰ ਦੇਰ ਹੋ ਰਹੀ ਹੈ, ਸਾਰਾ ਸਮਾਨ ਇੱਥੇ ਹੀ ਪਿਆ ਹੈ। ਉਸਨੇ ਕਿਹਾ ਮੈਨੂੰ ਬਣਾਉਣਾ ਨਹੀਂ ਆਉਂਦਾ। ਮੈਂ ਕਿਹਾ ਕੀ ਮਤਲਬ? ਤਾਂ ਉਸਨੇ ਕਿਹਾ ਕਿ ਮੈਂ ਕਦੀ ਖਾਣਾ ਬਣਾਇਆ ਹੀ ਨਹੀਂ। ਉਹ ਬੜੇ ਆਰਾਮ ਨਾਲ ਇਹ ਸਾਰੀ ਗੱਲਾਂ ਕਰ ਰਹੀ ਸੀ। ਇਸ ਤੋਂ ਇਲਾਵਾ ਵੀ ਉਸਨੂੰ ਘਰ ਦਾ ਕੋਈ ਕੰਮ ਨਹੀਂ ਆਉਂਦਾ। ਉਸਨੂੰ ਆਪਣੀ ਧੀ ਦੇ ਵਾਲ ਤੱਕ ਵਾਹੁਣੇ ਨਹੀਂ ਆਉਂਦੇ ਸਨ। ਉਸਦੀ ਧੀ ਮੇਰੇ ਕੋਲ ਆ ਜਾਂਦੀ ਸੀ। ਮੇਰੀ ਵੀ ਕੋਈ ਧੀ ਨਹੀਂ ਸੀ, ਇਸ ਲਈ ਮੈਨੂੰ ਵੀ ਚੰਗਾ ਲੱਗਦਾ ਸੀ। ਉਸਦੀ ਧੀ ਕਹਿਣ ਲੱਗੀ, ਤੁਸੀਂ ਮੇਰੇ ਵਾਲ ਬਹੁਤ ਵਧੀਆ ਵਾਹੁੰਦੇ ਹੋ। ਤੁਸੀਂ ਮੇਰੇ ਵਾਲ ਵਾਹੁੰਦੇ ਹੋ ਤਾਂ ਮੈਨੂੰ ਇਵੇਂ ਲੱਗਦਾ ਹੈ ਜਿਵੇਂ ਮੈਂ ਕਿਸੇ ਮਹਿਲ ਦੀ ਰਾਜਕੁਮਾਰੀ ਹੋਵਾਂ। ਮੇਰੀ ਮੰਮੀ ਨੂੰ ਇੰਨੇ ਪਿਆਰੇ ਵਾਲ ਵਾਹੁਣੇ ਨਹੀਂ ਆਉਂਦੇ। ਮੈਂ ਕਿਹਾ ਕਿ ਤੇਰੀ ਮੰਮੀ ਰੋਜ਼ ਰਾਤ ਨੂੰ ਕਿੱਥੇ ਜਾਂਦੀ ਹੈ? ਤਾਂ ਕਹਿਣ ਲੱਗੀ ਪਤਾ ਨਹੀਂ ਕਿੱਥੇ ਚਲੀ ਜਾਂਦੀ ਹੈ। ਮੈਨੂੰ ਉਹਨਾਂ ਦੀ ਬਹੁਤ ਯਾਦ ਆਉਂਦੀ ਹੈ। ਇੱਕ ਤਾਂ ਅਸੀਂ ਇਸ ਅਜੀਬ ਜਿਹੀ ਥਾਂ 'ਤੇ ਆ ਗਏ ਹਾਂ। ਮੇਰੀ ਇੱਥੇ ਕੋਈ ਸਹੇਲੀ ਵੀ ਨਹੀਂ ਹੈ, ਪਰ ਮੰਮੀ ਕਹਿੰਦੇ ਹਨ ਕਿ ਅਸੀਂ ਜਲਦ ਹੀ ਇੱਥੋਂ ਵਾਪਸ ਚਲੇ ਜਾਵਾਂਗੇ। 3-4 ਮਹੀਨੇ ਹੀ ਲੱਗਣਗੇ। ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ, ਕਿਉਂਕਿ ਮੇਰੇ ਦਿਓਰ ਨੇ ਤਾਂ ਕਿਹਾ ਸੀ ਕਿ ਉਹ ਹਮੇਸ਼ਾ ਲਈ ਇੱਥੇ ਆ ਗਏ ਹਨ, ਪਰ ਬੱਚੀ ਕਹਿ ਰਹੀ ਸੀ ਕਿ 3 ਤੋਂ 4 ਮਹੀਨੇ ਦਾ ਹੀ ਕੰਮ ਹੈ, ਉਸ ਤੋਂ ਬਾਅਦ ਵਾਪਸ ਚਲੇ ਜਾਵਾਂਗੇ। ਅਜਿਹਾ ਉਹਨਾਂ ਨੂੰ ਇੱਥੇ ਕੀ ਕੰਮ ਸੀ? ਮੇਰਾ ਦਿਓਰ ਤਾਂ ਸਾਰਾ ਦਿਨ ਘਰ ਹੀ ਬੈਠਿਆ ਰਹਿੰਦਾ ਸੀ, ਝੂਠ ਬੋਲਦਾ ਸੀ ਕਾਰੋਬਾਰ ਕਰਦਾ ਹਾਂ। ਮੈਂ ਗੱਲਾਂ-ਗੱਲਾਂ ਵਿੱਚ ਇਹ ਗੱਲ ਆਪਣੀ ਸੱਸ ਨੂੰ ਦੱਸ ਦਿੱਤੀ ਅਤੇ ਮੇਰੇ ਸੱਸ ਨੇ ਘਰ ਵਿੱਚ ਹੰਗਾਮਾ ਮਚਾ ਦਿੱਤਾ। ਮੈਨੂੰ ਪਤਾ ਸੀ ਉਹ ਇਵੇਂ ਹੀ ਕਰਨਗੇ, ਇਸ ਕਰਕੇ ਮੈਂ ਜਾਣ-ਬੁੱਝ ਕੇ ਉਹਨਾਂ ਨੂੰ ਇਹ ਗੱਲ ਦੱਸੀ ਸੀ। ਮੇਰੀ ਸੱਸ ਨੇ ਫਿਰ ਤੋਂ ਆਪਣੇ ਪੁੱਤ ਨਾਲ ਗੁੱਸਾ ਕਰਨਾ ਸ਼ੁਰੂ ਕਰ ਦਿੱਤਾ ਕਿ 19 ਸਾਲ ਬਾਅਦ ਆਇਆ ਸੀ ਅਤੇ ਹੁਣ ਵੀ ਇਹੀ ਕਹਿ ਰਿਹਾ ਹੈ ਕਿ 4 ਮਹੀਨੇ ਤੋਂ ਬਾਅਦ ਵਾਪਸ ਚਲਾ ਜਾਵਾਂਗਾ। ਪ੍ਰਦੇਸ਼ ਵਿੱਚ ਕੌਣ ਹੈ ਤੇਰਾ? ਤੂੰ ਤਾਂ ਕਿਹਾ ਸੀ ਕਿ ਕੁੜੀ ਦੇ ਮਾਂ-ਬਾਪ ਵੀ ਨਹੀਂ ਹਨ, ਤਾਂ ਫਿਰ ਇਹ ਤੈਨੂੰ ਉੱਥੇ ਲਿਜਾ ਕੇ ਕੀ ਕਰਨਾ ਚਾਹੁੰਦੀ ਹੈ? ਕੀ ਉੱਥੇ ਕੋਈ ਕੰਮ ਕਰਦੀ ਹੈ? ਤਾਂ ਮੇਰੇ ਦਿਓਰ ਨੇ ਕਿਹਾ ਕਿ ਨਹੀਂ, ਇਹ ਕੋਈ ਕੰਮ ਨਹੀਂ ਕਰਦੀ। ਤਾਂ ਫਿਰ ਉਸਨੇ ਅਜਿਹਾ ਕੀ ਕੀਤਾ ਹੈ ਕਿ ਤੂੰ ਪਾਗਲ ਹੋ ਰਿਹਾ ਹੈ? ਤੇਰੇ ਭੈਣ ਭਰਾ ਇੱਥੇ ਹਨ, ਤੇਰੀ ਮਾਂ ਇੱਥੇ ਹੈ ਅਤੇ ਤੂੰ ਸਾਨੂੰ ਛੱਡ ਕੇ ਜਾਣਾ ਚਾਹੁੰਦਾ ਹੈ। ਲੋਕਾਂ ਦੇ ਅੱਗਿਓਂ ਭਾਂਡੇ ਚੁੱਕ ਕੇ ਨਹੀਂ ਥੱਕਿਆ ਤੂੰ, ਜਿਹੜਾ ਫਿਰ ਉੱਥੇ ਜਾ ਰਿਹਾ ਹੈ। ਮੇਰੇ ਦਿਓਰ ਨੂੰ ਪਤਾ ਨਹੀਂ ਕੀ ਹੋ ਗਿਆ ਸੀ।
ਉਸ ਨੂੰ ਕਿਸੇ ਦੀ ਪਰਵਾਹ ਨਹੀਂ ਸੀ। ਉਹ ਆਪਣੀ ਪਤਨੀ ਦੇ ਅੱਗੇ ਪਿੱਛੇ ਘੁੰਮ ਰਿਹਾ ਸੀ। ਉਸਨੇ ਕਿਹਾ ਕਿ ਮੇਰੀ ਘਰਵਾਲੀ ਨਹੀਂ ਚਾਹੁੰਦੀ ਕਿ ਮੈਂ ਵਾਪਸ ਜਾਵਾਂ। ਇਹ ਮੇਰੀ ਆਪਣੀ ਮਰਜ਼ੀ ਹੈ ਅਤੇ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਇਸ ਲਈ ਨਹੀਂ ਦੱਸੀ ਸੀ ਤਾਂ ਜੋ ਅਸੀਂ ਜਿੰਨੇ ਦਿਨ ਇੱਥੇ ਹਾਂ ਤੁਸੀਂ ਸਾਨੂੰ ਚੈਨ ਨਾਲ ਰਹਿਣ ਦਿਓ। ਪਤਾ ਨਹੀਂ ਇਹ ਦੋਵੇਂ ਇੱਥੋਂ ਕਿਉਂ ਚਲੇ ਜਾਣਾ ਚਾਹੁੰਦੇ ਸਨ। ਇਹ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਲੁਕੋ ਰਹੇ ਸਨ। ਮੇਰੀ ਦਰਾਣੀ ਰੋਜ਼ ਰਾਤ ਨੂੰ ਘਰ ਤੋਂ ਗਾਇਬ ਹੋ ਜਾਂਦੀ ਸੀ ਅਤੇ ਇੱਕ ਦਿਨ ਤਾਂ ਮੈਨੂੰ ਇਸ ਗੱਲ ਦਾ ਯਕੀਨ ਹੋ ਗਿਆ। ਅਸੀਂ ਸਭ ਰਾਤ ਨੂੰ ਆਰਾਮ ਨਾਲ ਸੋ ਰਹੇ ਸੀ। ਅਚਾਨਕ ਬਹੁਤ ਤੇਜ਼ ਭੂਚਾਲ ਆਇਆ ਅਤੇ ਸਭ ਘਰ ਤੋਂ ਬਾਹਰ ਨਿਕਲ ਆਏ, ਪਰ ਮੇਰੀ ਦਰਾਣੀ ਬਾਹਰ ਨਹੀਂ ਆਈ। ਮੇਰੀ ਸੱਸ ਨੇ ਮੇਰੇ ਦਿਓਰ ਨੂੰ ਕਿਹਾ ਕਿ ਆਪਣੀ ਘਰਵਾਲੀ ਨੂੰ ਵੀ ਬਾਹਰ ਲੈ ਆ, ਉਸ ਨੂੰ ਅੰਦਰ ਮਰਨ ਲਈ ਛੱਡ ਕੇ ਆ ਗਿਆ ਹੈ। ਜੇ ਉਸ ਨੂੰ ਕੁਝ ਹੋ ਗਿਆ, ਕਿਤੇ ਉਸ ਦੇ ਉੱਪਰ ਛੱਤ ਹੀ ਨਾ ਗਿਰ ਜਾਵੇ। ਪਹਿਲਾਂ ਤਾਂ ਮੇਰੇ ਦਿਓਰ ਨੂੰ ਕੋਈ ਜਵਾਬ ਹੀ ਨਾ ਸੁੱਝਿਆ। ਫਿਰ ਬਾਅਦ ਵਿੱਚ ਕਹਿਣ ਲੱਗਿਆ, ਉਹ ਤਾਂ ਗੂੜੀ ਨੀਂਦ ਵਿੱਚ ਸੋ ਰਹੀ ਹੈ। ਮੇਰੀ ਸੱਸ ਨੇ ਕਿਹਾ, ਇਹ ਕੀ ਗੱਲ ਹੋਈ? ਤੂੰ ਆਪ ਬਾਹਰ ਆ ਗਿਆ ਅਤੇ ਉਸ ਨੂੰ ਅੰਦਰ ਹੀ ਛੱਡ ਆਇਆ। ਕਿ ਤੁਹਾਡੀ ਆਪਸ ਵਿੱਚ ਕੋਈ ਲੜਾਈ ਹੋਈ ਹੈ ਜੋ ਉਸ ਨੂੰ ਮੌਤ ਦੇ ਮੂੰਹ ਵਿੱਚ ਛੱਡ ਕੇ ਆ ਗਿਆ ਹੈ? ਪਰ ਮੇਰੇ ਦਿਓਰ ਤੇ ਕੋਈ ਅਸਰ ਨਹੀਂ ਹੋਇਆ। ਉਹ ਬੁੱਤ ਬਣ ਕੇ ਉੱਥੇ ਹੀ ਖੜਾ ਰਿਹਾ। ਫਿਰ ਮੇਰੀ ਸੱਸ ਨੇ ਮੇਰੇ ਪਤੀ ਨੂੰ ਕਿਹਾ, ਜਾ ਤੂੰ ਛੋਟੀ ਬਹੂ ਨੂੰ ਬਾਹਰ ਬੁਲਾ ਲਿਆ। ਉਹ ਜਾਣ ਹੀ ਲੱਗੇ ਸੀ ਤਾਂ ਮੇਰੇ ਦਿਓਰ ਕਹਿਣ ਲੱਗਿਆ, ਰਹਿਣ ਦਿਓ, ਬਸ ਭੂਚਾਲ ਰੁਕ ਗਿਆ ਹੈ, ਤੁਸੀਂ ਵੀ ਅੰਦਰ ਚੱਲੋ। ਇਸ ਤਰ੍ਹਾਂ ਤਾਂ ਹੁੰਦਾ ਹੀ ਰਹਿੰਦਾ ਹੈ, ਕੋਈ ਘਰ ਨਹੀਂ ਟੁੱਟਦਾ। ਅਸੀਂ ਸਭ ਹੈਰਾਨ ਸੀ ਕਿ ਉਸ ਨੂੰ ਆਪਣੀ ਘਰਵਾਲੀ ਦੀ ਕੋਈ ਪਰਵਾਹ ਨਹੀਂ ਸੀ। ਇੰਨਾ ਤੇਜ਼ ਭੂਚਾਲ ਸੀ ਕਿ ਸਾਰਾ ਮੁਹੱਲਾ ਬਾਹਰ ਆ ਗਿਆ ਸੀ, ਪਰ ਉਸ ਨੂੰ ਆਪਣੀ ਘਰਵਾਲੀ ਦੀ ਕੋਈ ਪਰਵਾਹ ਨਹੀਂ ਸੀ ਜਿਸ ਨਾਲ ਉਸਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ। ਮੈਂ ਸਮਝ ਗਈ ਸੀ ਕਿ ਉਹ ਝੂਠ ਬੋਲ ਰਿਹਾ ਹੈ। ਜੇਕਰ ਉਸ ਦੀ ਪਤਨੀ ਘਰ ਹੁੰਦੀ ਤਾਂ ਉਹ ਕਦੇ ਵੀ ਉਸ ਨੂੰ ਛੱਡ ਕੇ ਬਾਹਰ ਨਹੀਂ ਆਉਂਦਾ। ਮੇਰਾ ਘਰ ਵਾਲਾ ਮੈਨੂੰ ਪਸੰਦ ਨਹੀਂ ਕਰਦਾ ਸੀ, ਅਸੀਂ ਲੜਦੇ ਵੀ ਬਹੁਤ ਸੀ, ਪਰ ਉਹ ਮੈਨੂੰ ਕਦੇ ਵੀ ਅਜਿਹੀ ਹਾਲਤ ਵਿੱਚ ਛੱਡ ਕੇ ਬਾਹਰ ਨਹੀਂ ਆਉਂਦੇ। ਮੈਨੂੰ ਮੇਰੇ ਦਿਓਰ ਦੇ ਕਮਰੇ ਵਿੱਚੋਂ ਕਿਸੇ ਦੇ ਰੋਣ ਦੀ ਆਵਾਜ਼ ਆਈ। ਕੋਈ ਕੁੜੀ ਰੋ ਰਹੀ ਸੀ। ਇਹ ਤਾਂ ਉਸ ਦੀ ਕੁੜੀ ਦੀ ਆਵਾਜ਼ ਸੀ। ਮੈਂ ਅੰਦਰ ਚਲੀ ਗਈ। ਮੈਂ ਦੇਖਿਆ ਕਿ ਉਹ ਰੋ ਰਹੀ ਸੀ। ਮੈਂ ਉਸ ਨੂੰ ਪੁੱਛਿਆ, ਰੋ ਕਿਉਂ ਰਹੀ ਹੈ? ਕੀ ਹੋ ਗਿਆ ਹੈ? ਤਾਂ ਉਹ ਕਹਿਣ ਲੱਗੀ, ਮੰਮੀ ਨਹੀਂ ਹੈ, ਮੈਨੂੰ ਬਹੁਤ ਡਰ ਲੱਗ ਰਿਹਾ ਹੈ। ਪਾਪਾ ਨੂੰ ਕਿਸੇ ਦਾ ਫੋਨ ਆਇਆ ਸੀ। ਉਹ ਫੋਨ ਸੁਣਦੇ ਬਾਹਰ ਚਲੇ ਗਏ, ਹਲੇ ਤੱਕ ਵਾਪਸ ਨਹੀਂ ਆਏ। ਮੈਂ ਉਸ ਨੂੰ ਕਿਹਾ, ਤੂੰ ਮੇਰੇ ਕਮਰੇ ਵਿੱਚ ਆ ਕੇ ਸੌਂ ਜਾ, ਉੱਥੇ ਤੇਰੇ ਭਾਈ ਵੀ ਹਨ। ਪਰ ਤੇਰੀ ਮੰਮੀ ਕਿੱਥੇ ਗਈ ਹੈ? ਤਾਂ ਉਸਦੇ ਮੂੰਹ ਵਿੱਚੋਂ ਨਿਕਲ ਗਿਆ ਕਿ ਮੇਰੀ ਮੰਮੀ ਤਾਂ ਮਿਸ਼ਨ ਤੇ ਗਈ ਹੈ। ਮੈਂ ਕਿਹਾ, ਕੀ ਮਤਲਬ? ਕਿਹੜਾ ਮਿਸ਼ਨ? ਤੇ ਮੈਨੂੰ ਉਸਦੀਆਂ ਗੱਲਾਂ ਸਮਝ ਨਹੀਂ ਆ ਰਹੀਆਂ ਸਨ। ਉਂਝ ਵੀ ਉਹ ਮਾਸੂਮ ਜਿਹੀ ਸੀ, ਉਸ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ ਸੀ। ਸਾਰੀ ਜ਼ਿੰਦਗੀ ਬਾਹਰ ਦੇ ਦੇਸ਼ ਵਿੱਚ ਰਹੀ ਸੀ। ਇੱਥੇ ਆ ਕੇ ਉਹ ਬਹੁਤ ਪਰੇਸ਼ਾਨ ਸੀ। ਉਹ ਵਾਪਸ ਜਾਣਾ ਚਾਹੁੰਦੀ ਸੀ। ਉਹ ਕਹਿਣ ਲੱਗੀ ਕਿ ਮੰਮੀ ਇਸੇ ਘਰ ਵਿੱਚ ਮਿਸ਼ਨ ਤੇ ਗਈ ਹੈ, ਨਾਲ ਵਾਲੇ ਕਮਰੇ ਵਿੱਚ। ਮੈਂ ਹੈਰਾਨ ਹੋ ਗਈ, ਕਿਉਂਕਿ ਨਾਲ ਵਾਲਾ ਕਮਰਾ ਤਾਂ ਮੇਰੇ ਸਹੁਰੇ ਦਾ ਸੀ ਜੋ ਇਸ ਦੁਨੀਆ ਤੋਂ ਜਾ ਚੁੱਕੇ ਸਨ। ਇਸ ਲਈ ਮੇਰੀ ਸੱਸ ਵੀ ਹੁਣ ਦੂਜੇ ਕਮਰੇ ਵਿੱਚ ਸੌਂਦੀ ਸੀ। ਇਹ ਕਮਰਾ ਤਾਂ ਬਹੁਤ ਸਾਲਾਂ ਤੋਂ ਬੰਦ ਸੀ। ਫਿਰ ਮੇਰੀ ਦਰਾਣੀ ਉੱਥੇ ਕੀ ਕਰ ਰਹੀ ਸੀ? ਮੈਂ ਉਸ ਬੱਚੀ ਨੂੰ ਆਪਣੇ ਕਮਰੇ ਵਿੱਚ ਭੇਜ ਦਿੱਤਾ ਅਤੇ ਖੁਦ ਆਪਣੇ ਸਹੁਰੇ ਦੇ ਕਮਰੇ ਵੱਲ ਚਲੀ ਗਈ। ਉੱਥੇ ਜਾ ਕੇ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ, ਕਿਉਂਕਿ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ, ਜਦ ਕਿ ਅਸੀਂ ਤਾਂ ਇਸ ਕਮਰੇ ਨੂੰ ਜਿੰਦਾ ਲਗਾ ਕੇ ਰੱਖਦੇ ਸੀ। ਮੇਰੀ ਸੱਸ ਵੀ ਕਹਿੰਦੀ ਸੀ ਕਿ ਮੇਰੇ ਸਹੁਰੇ ਦੇ ਜਾਣ ਤੋਂ ਬਾਅਦ ਉਹਨਾਂ ਦਾ ਇਸ ਕਮਰੇ ਵਿੱਚ ਦਿਲ ਨਹੀਂ ਲੱਗਦਾ ਸੀ, ਇਸ ਕਰਕੇ ਦੂਸਰੇ ਕਮਰੇ ਵਿੱਚ ਰਹਿੰਦੀ ਸੀ। ਪਰ ਜਦੋਂ ਮੈਂ ਉਸ ਕਮਰੇ ਦੀ ਖਿੜਕੀ ਵਿੱਚੋਂ ਝਾਕ ਕੇ ਦੇਖਿਆ ਤਾਂ ਹੈਰਾਨ ਰਹਿ ਗਈ। ਅੰਦਰ ਤਾਂ ਮੇਰੇ ਸਹੁਰੇ ਵਰਗਾ ਹੀ ਕੋਈ ਬਜ਼ੁਰਗ ਆਦਮੀ ਖੜਾ ਸੀ। ਉਸ ਦਾ ਮੂੰਹ ਦੂਜੇ ਪਾਸੇ ਸੀ, ਇਸ ਲਈ ਮੈਂ ਉਸ ਦਾ ਚਿਹਰਾ ਨਹੀਂ ਦੇਖ ਸਕੀ। ਉਸ ਦੇ ਵਾਲ ਸਫੇਦ ਸਨ। ਉਸਨੇ ਕੋਟ ਪੈਂਟ ਪਾਇਆ ਹੋਇਆ ਸੀ। ਇੱਕ ਪਲ ਲਈ ਤਾਂ ਮੈਨੂੰ ਅਜਿਹਾ ਲੱਗਿਆ ਕਿ ਮੇਰਾ ਸਹੁਰਾ ਹੀ ਖੜਾ ਹੈ, ਪਰ ਅਜਿਹਾ ਕਿਵੇਂ ਹੋ ਸਕਦਾ ਸੀ? ਉਹ ਤਾਂ ਇਸ ਦੁਨੀਆ ਵਿੱਚ ਨਹੀਂ ਸਨ। ਮੇਰੀ ਦਰਾਣੀ ਵੀ ਉੱਥੇ ਹੀ ਸੀ ਅਤੇ ਉਹ ਦੋਵੇਂ ਆਪਸ ਵਿੱਚ ਇਸ ਤਰ੍ਹਾਂ ਗੱਲਾਂ ਕਰ ਰਹੇ ਸਨ ਜਿਵੇਂ ਕੋਈ ਬਹੁਤ ਹੀ ਜ਼ਰੂਰੀ ਗੱਲ ਹੋਵੇ। ਮੈਂ ਕਮਰੇ ਦੇ ਅੰਦਰ ਚਲੀ ਗਈ। ਉਹ ਮੈਨੂੰ ਦੇਖ ਕੇ ਘਬਰਾ ਗਏ। ਮੈਂ ਕਿਹਾ, ਤੁਸੀਂ ਕੌਣ ਹੋ? ਇੱਥੇ ਕੀ ਕਰ ਰਹੇ ਹੋ? ਉਹ ਬਜ਼ੁਰਗ ਆਦਮੀ ਅੰਗਰੇਜ਼ੀ ਵਿੱਚ ਬੋਲਣ ਲੱਗਿਆ। ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ। ਉਸਨੇ ਮੇਰੀ ਦਰਾਣੀ ਨੂੰ ਅੰਗਰੇਜ਼ੀ ਵਿੱਚ ਕੁਝ ਕਿਹਾ ਅਤੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਮੇਰੀ ਦਰਾਣੀ ਨੇ ਹੱਥ ਨਾਲ ਇਸ਼ਾਰਾ ਕਰਕੇ ਉਸ ਨੂੰ ਰੋਕ ਲਿਆ। ਮੈਂ ਕਿਹਾ, ਤੁਸੀਂ ਕੌਣ ਹੋ ਅਤੇ ਇਸ ਟਾਈਮ ਸਾਡੇ ਘਰ ਵਿੱਚ ਤੁਹਾਡਾ ਕੀ ਕੰਮ ਹੈ? ਤੁਸੀਂ ਅੰਦਰ ਕਿਵੇਂ ਆਏ? ਮੈਂ ਬੋਲਦੀ ਰਹੀ ਤਾਂ ਮੇਰੀ ਦਰਾਣੀ ਨੇ ਮੈਨੂੰ ਰੋਕਦੇ ਹੋਏ ਕਿਹਾ,
ਬਸ ਕਰੋ ਭਾਬੀ ਜੀ, ਕੀ ਹੋ ਗਿਆ ਤੁਹਾਨੂੰ? ਮੈਂ ਕਿਹਾ, ਤੈਨੂੰ ਕੀ ਹੋ ਗਿਆ ਹੈ? ਤੈਨੂੰ ਸ਼ਰਮ ਹੈ ਕਿ ਨਹੀਂ? ਰਾਤ ਦੇ ਇਸ ਸਮੇਂ ਬੰਦ ਕਮਰੇ ਵਿੱਚ ਪਰਾਇਆ ਆਦਮੀ ਨਾਲ ਇਕੱਲੇ ਵਿੱਚ ਕੀ ਕਰ ਰਹੀ ਹੈ? ਤੇਰਾ ਇੱਥੇ ਕੀ ਕੰਮ ਹੈ ਅਤੇ ਇਹ ਕੌਣ ਹੈ? ਮੇਰੀ ਦਰਾਣੀ ਨੇ ਆਪਣਾ ਸਿਰ ਫੜ ਲਿਆ ਅਤੇ ਫਿਰ ਉਸਨੇ ਮੈਨੂੰ ਇੱਕ ਗੱਲ ਦੱਸੀ ਜਿਸ ਨੂੰ ਸੁਣ ਕੇ ਮੈਂ ਹੈਰਾਨ ਰਹਿ ਗਈ। ਉਸਨੇ ਕਿਹਾ, ਮੈਂ ਭਾਰਤ ਸਰਕਾਰ ਦੀ ਇੱਕ ਜਾਸੂਸ ਹਾਂ ਅਤੇ ਇਹੀ ਕੰਮ ਕਰਦੀ ਹਾਂ, ਪਰ ਕਿਸੇ ਨੂੰ ਇਹ ਗੱਲ ਦਾ ਪਤਾ ਨਹੀਂ ਹੈ। ਤੁਹਾਡੇ ਦਿਓਰ ਨੇ ਭਾਵੇਂ ਮੇਰੇ ਨਾਲ ਲਵ ਮੈਰਿਜ ਕਰਵਾਈ ਹੈ, ਪਰ ਇਸ ਲਈ ਮੈਂ ਆਪਣਾ ਕੰਮ ਅਤੇ ਫਰਜ਼ ਤਾਂ ਕੁਰਬਾਨ ਨਹੀਂ ਕਰ ਸਕਦੀ ਸੀ। ਇਸ ਲਈ ਮੈਂ ਉੱਥੇ ਹੀ ਰਹੀ। ਮੈਂ ਹਲੇ ਭਾਰਤ ਵਾਪਸ ਨਹੀਂ ਆਉਣਾ ਚਾਹੁੰਦੀ ਸੀ ਕਿਉਂਕਿ ਮੇਰਾ ਕੰਮ ਹੀ ਇਸ ਤਰ੍ਹਾਂ ਦਾ ਸੀ। ਫਿਰ ਮੈਨੂੰ ਇੱਥੇ ਦਾ ਇੱਕ ਪ੍ਰੋਜੈਕਟ ਮਿਲ ਗਿਆ। ਮੈਂ ਆਪਣੇ ਪਤੀ ਨੂੰ ਕਿਹਾ ਕਿ ਭਾਰਤ ਚੱਲਦੇ ਹਾਂ, ਤੁਹਾਡੇ ਘਰ ਵਾਲਿਆਂ ਨੂੰ ਵੀ ਮਿਲ ਲਵਾਂਗੇ, ਪਰ ਮੇਰਾ ਕੰਮ ਅਜਿਹਾ ਹੈ ਕਿ ਮੈਨੂੰ ਜਾਸੂਸੀ ਕਰਨ ਲਈ ਰਾਤ ਨੂੰ ਹੀ ਜਾਣਾ ਪੈਂਦਾ ਹੈ। ਮੈਂ ਅਲੱਗ-ਅਲੱਗ ਭੇਸ ਬਦਲ ਕੇ ਜਾਂਦੀ ਹਾਂ। ਇੱਕ ਵਾਰ ਤਾਂ ਮੈਨੂੰ ਇੱਕ ਵਿਆਹ ਵਿੱਚ ਜਾਣਾ ਸੀ, ਇਸ ਲਈ ਮੈਂ ਦੁਲਹਨ ਦੇ ਜੋੜੇ ਵਿੱਚ ਗਈ ਤਾਂ ਜੋ ਮੈਨੂੰ ਕੋਈ ਪਹਿਚਾਣ ਨਾ ਸਕੇ। ਮੈਨੂੰ ਪਤਾ ਸੀ ਕਿ ਉਸ ਦਿਨ ਵੀ ਤੁਸੀਂ ਮੈਨੂੰ ਦੇਖ ਲਿਆ ਸੀ, ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਤੁਸੀਂ ਇਸ ਤਰ੍ਹਾਂ ਸਾਡੇ ਪਿੱਛੇ ਪੈ ਜਾਓਗੇ। ਜਾਸੂਸੀ ਦੀ ਫੀਲਡ ਵਿੱਚ ਕੰਮ ਪੂਰਾ ਹੋਣ 'ਤੇ ਸਰਕਾਰ ਸਾਨੂੰ ਤਨਖਾਹ ਦੇ ਨਾਲ-ਨਾਲ ਇਨਾਮ ਦੀ ਰਕਮ ਵੀ ਦਿੰਦੀ ਹੈ, ਇਸ ਲਈ ਸਾਨੂੰ ਕਦੇ ਪੈਸਿਆਂ ਦੀ ਕਮੀ ਵੀ ਨਹੀਂ ਹੋਈ। ਤੁਹਾਡਾ ਦਿਓਰ ਬਹੁਤ ਚੰਗਾ ਹੈ, ਮੇਰੇ ਕੰਮ ਵਿੱਚ ਮੇਰਾ ਸਾਥ ਦਿੰਦਾ ਹੈ। ਮੇਰੇ ਫਰਜ਼ ਨੂੰ ਨਿਭਾਉਣ ਲਈ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਮੇਰੇ ਨਾਮ ਕਰ ਦਿੱਤੀ। ਉਹ ਉੱਥੇ ਕੋਈ ਖਾਸ ਕੰਮ ਨਹੀਂ ਕਰਦੇ, ਬਸ ਉਹਨਾਂ ਦਾ ਛੋਟਾ-ਮੋਟਾ ਕਾਰੋਬਾਰ ਹੈ। ਸੱਚ ਕਹਾਂ ਤਾਂ ਉਹ ਬਸ ਮੇਰੇ ਲਈ ਉੱਥੇ ਰਹਿੰਦੇ ਸਨ ਕਿਉਂਕਿ ਮੈਂ ਉਹ ਇਲਾਕਾ ਨਹੀਂ ਛੱਡ ਸਕਦੀ ਸੀ। ਤੁਸੀਂ ਮੈਨੂੰ ਮੇਰਾ ਫਰਜ਼ ਨਿਭਾਉਣ ਦਿਓ, ਮੇਰੇ ਫਰਜ਼ ਦੇ ਰਸਤੇ ਵਿੱਚ ਨਾ ਆਓ। ਬਸ ਤੁਸੀਂ ਇਹ ਸਮਝੋ ਕਿ ਜੇਕਰ ਅਸੀਂ ਜਾਗਦੇ ਹਾਂ ਤਾਂ ਹੀ ਤੁਸੀਂ ਆਰਾਮ ਨਾਲ ਸੌਂਦੇ ਹੋ। ਸਾਡਾ ਕੰਮ ਅਜਿਹਾ ਹੀ ਹੈ। ਮੈਨੂੰ ਆਪਣੀ ਦਰਾਣੀ 'ਤੇ ਬਹੁਤ ਮਾਣ ਹੋਇਆ ਕਿ ਉਹ ਇੰਨਾ ਚੰਗਾ ਕੰਮ ਕਰਦੀ ਹੈ। ਮੈਂ ਉਸ ਤੋਂ ਮਾਫ਼ੀ ਮੰਗੀ ਅਤੇ ਕਿਹਾ, ਅੱਗੇ ਤੋਂ ਮੈਂ ਤੇਰੇ ਮਾਮਲੇ ਵਿੱਚ ਨਹੀਂ ਬੋਲਾਂਗੀ। ਜੇਕਰ ਤੂੰ ਕਿਤੇ ਗਈ ਹੋਵੇਂਗੀ ਤਾਂ ਮੈਂ ਪਿੱਛੇ ਤੋਂ ਸਾਰਾ ਮਾਮਲਾ ਆਪਣੇ ਆਪ ਸੰਭਾਲ ਲਿਆ ਕਰਾਂਗੀ। ਤੂੰ ਬਹੁਤ ਚੰਗਾ ਕੰਮ ਕਰ ਰਹੀ ਹੈ, ਤੂੰ ਬਹੁਤ ਬਹਾਦਰ ਹੈ। ਤਾਂ ਹੀ ਤਾਂ ਉਹ ਇੰਨੀ ਜ਼ਿਆਦਾ ਸੋਹਣੀ ਸੀ ਕਿਉਂਕਿ ਉਸ ਦਾ ਕੰਮ ਹੀ ਅਜਿਹਾ ਸੀ ਕਿ ਉਸ ਨੂੰ ਆਪਣੇ ਆਪ ਨੂੰ ਬਹੁਤ ਹੀ ਸੋਹਣਾ ਅਤੇ ਫਿੱਟ ਰੱਖਣਾ ਹੁੰਦਾ ਸੀ। ਇਸ ਤੋਂ ਬਾਅਦ ਮੈਂ ਉਸ ਦੇ ਕੰਮ ਵਿੱਚ ਕਦੇ ਨਹੀਂ ਬੋਲੀ। ਕੁਝ ਦਿਨਾਂ ਬਾਅਦ ਉਹਨਾਂ ਦਾ ਪ੍ਰੋਜੈਕਟ ਪੂਰਾ ਹੋ ਗਿਆ ਅਤੇ ਉਹਨਾਂ ਨੂੰ ਫਿਰ ਦੁਬਾਰਾ ਦੁਬਈ ਵਾਪਸ ਜਾਣਾ ਸੀ। ਮੈਂ ਆਪਣੀ ਸੱਸ ਨੂੰ ਸਮਝਾਇਆ ਕਿ ਉਹਨਾਂ ਨੂੰ ਜਾਣ ਦੇਣ, ਉਹਨਾਂ ਦੀ ਆਪਣੀ ਜ਼ਿੰਦਗੀ ਹੈ। ਫਿਰ ਉਹ ਵਾਪਸ ਚਲੇ ਗਏ। ਬਸ ਖੁਸ਼ੀ ਇਸ ਗੱਲ ਦੀ ਹੈ ਕਿ ਉਹ ਆਪਣੇ ਪਰਿਵਾਰ ਨੂੰ ਮਿਲਣ ਆਉਂਦੇ ਰਹਿੰਦੇ ਹਨ। ਸ਼ੱਕ ਇਨਸਾਨ ਨੂੰ ਕਿੱਥੋਂ ਤੋਂ ਕਿੱਥੇ ਲੈ ਜਾਂਦਾ ਹੈ। ਕਦੇ-ਕਦੇ ਸੋਚਦੀ ਹਾਂ ਤਾਂ ਆਪਣੇ ਆਪ 'ਤੇ ਸ਼ਰਮ ਆਉਂਦੀ ਹੈ ਕਿ ਮੈਂ ਕਿਵੇਂ ਉਸਦੇ ਪਿੱਛੇ ਪੈ ਗਈ ਸੀ ਅਤੇ ਉਸਦੇ ਬਾਰੇ ਕੀ ਸੋਚਦੀ ਰਹੀ। ਮੈਂ ਉਸ ਤੋਂ ਮਾਫ਼ੀ ਵੀ ਮੰਗੀ ਅਤੇ ਉਸਨੇ ਮੈਨੂੰ ਮਾਫ਼ ਵੀ ਕਰ ਦਿੱਤਾ। ਉਸ ਤੋਂ ਬਾਅਦ ਮੈਂ ਵੀ ਇਹ ਆਦਤ ਛੱਡ ਦਿੱਤੀ। ਹੁਣ ਮੈਂ ਕਿਸੇ ਦੇ ਮਾਮਲੇ ਵਿੱਚ ਨਹੀਂ ਬੋਲਦੀ ਹਾਂ ਅਤੇ ਆਪਣੇ ਕੰਮ ਤੋਂ ਕੰਮ ਰੱਖਦੀ ਹਾਂ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਬਾਰੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਨਾਲ ਹੀ ਘੰਟੀ ਨੂੰ ਦਬਾ ਕੇ ਆਲ 'ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਤੁਰੰਤ ਮਿਲ ਜਾਵੇ। ਮੈਨੂੰ ਦਿਓ ਅਗਲੀ ਵੀਡੀਓ ਤੱਕ ਇਜਾਜ਼ਤ। ਤਦ ਤੱਕ ਲਈ ਧੰਨਵਾਦ।